सो गुड मॉर्निंग स्टूडेंट्स। बच्चे आप कर रहे सी स्टेट्स ऑफ मैटर एंड इन स्टेट्स ऑफ मैटर गैसियस स्टेट। ठीक है, in the last few lectures we discussed kinetic molecular theory of gases and molecular speeds। ਅੱਜ ਆਪਾਂ गैसियस स्टेट ਦਾ ਲਾਸਟ ਟੌਪਿਕ ਸਟਾਰਟ ਕਰਨਾ ਹੈ एंड विद दैट अपनी गैसियस स्टेट खत्म हो जाएगी। ठीक है, टॉपिक ਨੂੰ ਬੱਚੇ ਧਿਆਨ ਨਾਲ ਕਰਨਾ ਹੈ, ਥੋੜਾ ਜਿਹਾ ਕਨਫਿਊਜ਼ਿੰਗ ਟੌਪਿਕ ਹੈ ਬਟ ਯੈਸ ਅਗੇਨ ਇਟਸ ਵੈਰੀ ਈਜ਼ੀ। ਠੀਕ ਹੈ ਨਾ। ਤੇ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਕਿ ਇਸ ਚੈਪਟਰ ਦਾ ਜਿੰਨਾ ਵੀ ਇੰਪੋਰਟੈਂਟ ਪੋਰਸ਼ਨ ਸੀ ਉਹ ਆਪਾਂ ਆਲਰੇਡੀ ਸਾਰਾ ਕਵਰ ਕਰ ਚੁੱਕੇ ਹਾਂ। ਠੀਕ ਹੈ ਨਾ। ਸੋ ਹੁਣ ਦੇਖੋ ਅੱਜ ਆਪਾਂ ਨੇ ਕਰਨਾ ਬੱਚੇ ਰੀਅਲ ਗੈਸ ਇਕੁਏਸ਼ਨ ਜਾਂ ਜਿਸ ਨੂੰ ਆਪਾਂ ਕਹਿੰਦੇ ਆ वैन डर वाल्स इक्वेशन, रियल गैस इक्वेशन और वैन डर वाल्स इक्वेशन बच्चे। ठीक है ना। हुण इस दे लई पहला आपां नूं सब तो पहला ये पता होना चाहिए कि रियल गैस की हुंदी है। देखो आपां ने पहला की कीता सी आइडियल गैस इक्वेशन, ਉਹਦੇ बेस ਤੇ ਆਪਾਂ ਨੇ डिफाइन ਕੀਤੀ ਸੀ कि what do you mean by an ideal gas। आइडियल गैस ਦੀ डेफिनेशन की सी which behaves according to the gas laws या according to ideal gas equation at all conditions of temperature and pressure। देखो अपनी ideal gas equation was PV is equal to nRT। ठीक है ना। एक किस तो कंबाइन करके बनाई सी अपन ने। नंबर 1 बॉयल्स लॉ जो अपन कहता है कि प्रेशर इज इनवर्सली प्रोपोर्शनल टू वॉल्यूम। बच्चे इन्होंने रट्टा मारन की लोड़ नहीं, मैं अगेन कह रहे हैं। देखो एक सिंपल जी गल है, ਆਪਾਂ ਕਿਸੇ ਚੀਜ਼ ਤੇ ਪ੍ਰੈਸ਼ਰ ਲਗਾਵਾਂਗੇ ਤਾਂ ਉਹਦੀ ਵੋਲਿਊਮ ਡਿਕਰੀਜ਼ ਕਰ ਜੂਗੀ, ਪ੍ਰੈਸ਼ਰ ਰਿਲੀਜ਼ ਕਰ ਦਾਂਗੇ ਤਾਂ ਦੇਖੋ ਵੋਲਿਊਮ ਵਧ ਰਹੀ ਹੈ। ਸੋ ਅਗਰ ਪ੍ਰੈਸ਼ਰ ਘਟੂਗਾ ਤਾਂ ਵੋਲਿਊਮ ਵਧੂਗੀ, ਅਗਰ ਪ੍ਰੈਸ਼ਰ ਵਧੂਗਾ ਤਾਂ ਵੋਲਿਊਮ ਘਟੂਗੀ। ਸੋ ਪ੍ਰੈਸ਼ਰ ਇਜ਼ ਇਨਵਰਸਲੀ ਪ੍ਰੋਪੋਰਸ਼ਨਲ ਟੂ ਵੋਲਿਊਮ, ਬॉयल्स लॉ। ਨੈਕਸਟ ਸੀਗਾ ਚਾਰਲਸ ਲॉ, ਵੋਲਿਊਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ। ਤਾਂ ਆਪਾਂ ਨੂੰ ਪਤਾ ਹੀ ਹੈ ਬੱਚੇ, ਆਪਾਂ ਕਿਸੇ ਚੀਜ਼ ਨੂੰ ਹੀਟ ਕਰਦੇ ਹਾਂ ਤਾਂ ਫੁੱਲ ਜਾਂਦੀ ਹੈ, एक्सपैंड कर जाती है। सो वॉल्यूम इज डायरेक्टली प्रोपोर्शनल टू टेम्परेचर। नेक्स्ट सीगा गे-लुसेक्स लॉ, प्रेशर इज डायरेक्टली प्रोपोर्शनल टू टेम्परेचर। अगर ਆਪਾਂ ਦੇਖੋ ਜੀ ਜਿਹੜਾ ਆ ਪ੍ਰੈਸ਼ਰ ਹੈ ਇਹ ਐਕਸਟਰਨਲ ਪ੍ਰੈਸ਼ਰ ਹੈ, ਜਿਹੜਾ ਆ ਪ੍ਰੈਸ਼ਰ ਹੈ ਇਹ ਗੈਸ ਦਾ ਪ੍ਰੈਸ਼ਰ ਹੈ। ਅਗਰ ਤੁਸੀਂ ਟੈਂਪਰੇਚਰ ਵਧਾਓਗੇ ਕਿਸੇ ਦੀ એનર્ਜੀ ਵਧੂਗੀ, ਜਦੋਂ એનર્ਜੀ ਵਧੂਗੀ ਤਾਂ ਉਹ ਪ੍ਰੈਸ਼ਰ ਵੱਧ ਐਗਜ਼ਰਟ ਕਰੂਗਾ। ਕੋਈ ਵੀ ਚੀਜ਼ ਹੈ, ਦੇਖੋ ਤੁਸੀਂ ਕੋਈ ਚੀਜ਼ ਇੱਕ ਪੈਨ ਦੇ ਵਿੱਚ ਗਰਮ ਕਰ ਰਹੇ ਹੋ, ਤੁਸੀਂ ਪੌਪਕੌਰਨਸ ਰੱਖੇ ਹੋਏ ਆ, ਉਹ ਪੌਪਕੌਰਨਸ ਜੋ ਠੰਡੇ ਆ ਆਰਾਮ ਨਾਲ ਪਏ ਆ, ਜਦੋਂ ਉਹਨਾਂ ਨੂੰ ਗਰਮ ਕਰੋਗੇ ਉਹ ਐ ਉਛਲਣ ਲੱਗ ਜਾਂਦੇ ਆ, ਤਾਂ ਜਿਹੜਾ ਉਹ ਪ੍ਰੈਸ਼ਰ ਲਗਾ ਰਹੇ ਨੇ ਉੱਪਰ ਕਿਸੇ ਵੀ ਚੀਜ਼ ਦੇ ਉੱਪਰ, ਹਨਾ, ਉਹ ਵੱਧ ਜਾਊਗਾ। ਤੁਸੀਂ ਪੈਨ ਦੇ ਵਿੱਚ ਪੌਪਕੌਰਨਸ ਪਾ ਕੇ ਉੱਪਰੋਂ ਦੀ ਪੈਨ ਨੂੰ ਕਵਰ ਅਪ ਕਰ ਦਿਓ, ਹੌਲੀ ਹੌਲੀ ਤੁਹਾਨੂੰ ਇੱਕਾ ਦੁੱਕਾ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਣਗੀਆਂ, ਹਨਾ, ਲਾਈਕ ਦੇ ਵਿਲ ਹਿਟ ਦ ਕੰਟੇਨਰ ਲਿਡ ਆਫ ਦ ਕੰਟੇਨਰ। ਹੌਲੀ ਹੌਲੀ ਉਹ ਆਵਾਜ਼ਾਂ ਤੁਹਾਨੂੰ ਜ਼ਿਆਦਾ ਹੋ ਜਾਣਗੀਆਂ। ਠੀਕ ਹੈ ਨਾ। ਕਿਉਂ? ਕਿਉਂਕਿ ਉਹਨਾਂ ਦੀ એનર્ਜੀ ਵੱਧ ਰਹੀ ਹੈ, ਉਹ ਜ਼ਿਆਦਾ ਪ੍ਰੈਸ਼ਰ ਦੇ ਨਾਲ ਲਿਡ ਨੂੰ ਟਕਰਾ ਰਹੇ ਹੈ। ਠੀਕ ਹੈ ਨਾ। ਨੈਕਸਟ ਵਾਸ ਐਵੋਗੈਡਰੋਸ ਲਾਅ, ਵੋਲਿਊਮ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਦ ਨੰਬਰ ਆਫ ਮੋਲਸ। ਆਪਾਂ ਕਿਸੇ ਵੀ ਚੀਜ਼ ਦਾ ਬੱਚੇ ਅਮਾਉਂਟ ਵਧਾਈ ਜਾਵਾਂਗੇ ਤਾਂ ਉਹਦੀ ਵੋਲਿਊਮ ਵਧੀ ਜਾਊਗੀ। ਆ ਇੱਕ ਪੈਨ ਦੀ ਇੱਕ ਪਾਰਟਿਕੂਲਰ ਵੋਲਿਊਮ ਹੈ, ਜੇ ਮੈਂ 2 ਪੈਨਸ ਕਰ ਦਵਾਂ ਡਬਲ ਹੋ ਜੂਗੀ, 3 ਪੈਨਸ ਕਰ ਦਵਾਂ ਟ੍ਰਿਪਲ ਹੋ ਜੂਗੀ। ਤਾਂ ਇਹਦੇ 'ਚ ਕੋਈ ਸਮਝਾਉਣ ਵਾਲੀ ਗੱਲ ਨਹੀਂ। ਸੋ ਆਲ ਆਰ ਜਨਰਲ ਫਿਨੋਮੀਨਨਸ, ਬॉयल्स लॉ, ਚਾਰਲਸ ਲॉ, ਗੇ-ਲੁਸੈਕਸ ਲॉ, ਐਵੋਗੈਡਰੋਸ ਲॉ। ਠੀਕ ਹੈ, ਇਹਨਾਂ ਚਾਰਾਂ ਨੂੰ ਕੰਬਾਈਨ ਕਰਕੇ ਆਪਾਂ ਨੇ ਆ ਇਕੁਏਸ਼ਨ ਬਣਾਤੀ ਸੀ, ਯਾਦ ਹੈ ਨਾ। ਠੀਕ ਹੈ। ਸੋ ਇਸ ਇਕੁਏਸ਼ਨ ਦੇ ਬੇਸ ਤੇ ਬੱਚੇ ਆਪਾਂ ਨੇ ਕਿਹਾ ਸੀ ਕਿ ਆਈਡੀਅਲ ਗੈਸ ਕੀ ਹੁੰਦੀ ਹੈ, ਜੋ ਇਸ ਇਕੁਏਸ਼ਨ ਦੇ ਅਕੋਰਡਿੰਗ ਜਾਂ ਚਾਰੋਂ ਦੇ ਚਾਰੋਂ ਗੈਸ ਲਾਜ਼ ਦੇ ਅਕੋਰਡਿੰਗ ਬਿਹੇਵ ਕਰਦੀ ਹੈ ਐਟ ਆਲ ਕੰਡੀਸ਼ਨਸ ਆਫ ਟੈਂਪਰੇਚਰ ਐਂਡ ਪ੍ਰੈਸ਼ਰ। ਆਈ ਹੋਪ ਦਿਸ ਇਜ਼ ਵੈਲ ਐਂਡ ਫਾਈਨ। ਠੀਕ ਹੈ। ਹੁਣ ਅਗਰ ਸਪੋਜ਼ ਮੈਂ ਇੱਕ ਗ੍ਰਾਫ ਬਣਾਵਾਂ, ਦੇਖੋ ਬੱਚੇ ਸੋ ਜਰਾ ਕਿ ਧਿਆਨ ਨਾਲ ਸੁਣੋ। अगर मैं एक ग्राफ प्लॉट करा PV वर्सेस P, मैं प्रेशर बनाता जा रहे हैं ते प्रेशर वॉल्यूम प्रोडक्ट है। ठीक है। तो
तो ग्राफ की आना चाहिए। देखो बच्चे, प्रेशर, वॉल्यूम ते पीवी अकॉर्डिंग टू बॉयल्स लॉ। सपोज अगर प्रेशर अपने को स्टार्टिंग 10 है, वॉल्यूम सॉरी 2 है, वॉल्यूम 10 है, तो पीवी कितना हो गया 20, 2 into 10। सपोज मैं प्रेशर डबल करता, तो अकॉर्डिंग टू बॉयल्स लॉ वॉल्यूम हाफ हो चुकी 5, सो पीवी कितना रहा 20, तो कांस्टेंट ही रहूगा। पीवी इज इक्वल टू कांस्टेंट बॉयल्स लॉ के अकॉर्डिंग, है ना। सपोज मैं होल डबल करता 8, ਇਹਦਾ भी हाफ हो गया 2.5, अगेन पीवी इज इक्वल टू 20। सो पीवी इज अ कांस्टेंट प्रेशर ਦੇ ਨਾਲ ਨਾਲ। सो अपना ग्राफ ਕੀ ਆਊਗਾ ਬੱਚੇ कि ਤੁਸੀਂ प्रेशर जितना मर्जी ਵਧਾਈ ਚੱਲੋ, पीवी ਦੀ ਵੈਲਿਊ ਸੇਮ ਹੈ। क्लियर। सो ਹੁਣ अकॉर्डिंग टू आइडियल गैस इक्वेशन I expect this graph at all the conditions of temperature and pressure। डन। कि मैं कोई भी गैस लवां अपने बीकर च, मैं ਉਹਦੇ ਤੇ ਪ੍ਰੈਸ਼ਰ ਵਧਾਉਂਦਾ ਜਾਵਾਂ, ਤਾਂ ਮੈਂ ਕੀ ਨੋਟ ਕਰੂੰਗਾ। ਦੇਖੋ ਬੱਚੇ ਹੁਣ ਧਿਆਨ ਨਾਲ ਸਮਝੋ ਇਸ ਚੀਜ਼ ਨੂੰ। ਮੈਂ ਪ੍ਰੈਸ਼ਰ ਵਧਾਉਂਦਾ ਜਾ ਰਿਹਾ ਹਾਂ ਤੇ ਮੈਂ ਕੀ ਨੋਟ ਕਰਦਾ ਜਾ ਰਿਹਾ ਹਾਂ ਕਿ ਜਿਵੇਂ ਜਿਵੇਂ ਮੈਂ ਪ੍ਰੈਸ਼ਰ ਵਧਾ ਰਿਹਾ ਹਾਂ, ਵੋਲਿਊਮ ਉਵੇਂ ਉਵੇਂ ਘਟੀ ਜਾ ਰਹੀ ਹੈ। ਕਿਵੇਂ ਕਿਵੇਂ ਘਟੀ ਜਾ ਰਹੀ ਹੈ ਕਿ ਦੋਨਾਂ ਨੂੰ ਮਲਟੀਪਲਾਈ ਕਰਕੇ ਦੋਨਾਂ ਦਾ ਪ੍ਰੋਡਕਟ ਕੀ ਆ ਰਿਹਾ ਹੈ ਸੇਮ। आई होप फॉलोड ये चीज, ठीक है। हम देखो यही ग्राफ, सेम ग्राफ मैं आई भी बना सकता प्रेशर वर्सेस Z, ते Z दी वैल्यू ਇੱਥੇ ਹੈਗੀ ਹੈ 1। ਹੁਣ ਇਹ Z ਕੀ ਹੈ, सुनो कुछ भी नहीं, सेम चीज है बच्चे। देखो so PV by nRT, so PV upon nRT is equal to क्या आ गया 1। this is called Z, where Z is known as compressibility factor। ਇਹ ਕਿਉਂ, ਹੁਣ ਤੁਸੀਂ ਖੁਦ ਦੇਖੋ कि सपोज मैं एक गैस लेती बीकर दे विच, कोई भी एक गैस एनी पर्टिकुलर वॉल्यूम दे विच, डन। मैं उस दे उत्ते प्रेशर लगा के ओदी वॉल्यूम घटाउंदा जाऊंगा, नीचे करता, ये गैस दे मॉलिक्यूल्स नीचे आ जाएंगे, होर नीचे करूंगा, तो मैं प्रेशर बढ़ाता जा रहे हैं, ठीक है। वॉल्यूम डिक्रीज होती जा रही है, ठीक है। नाउ नंबर ऑफ मोल्स तो कांस्टेंट ही है, आर तो पहले ही कांस्टेंट सी। जे हुण आह बीकर मैं रूम च लिया होया तो इट मींस टेंपरेचर चेंज हो रहा है, नहीं हो रहा। सो तीनों चीज़ें कांस्टेंट है कि नहीं। सो मेरे को देखो बच्चे हुण ध्यान नाल सुनो, नंबर ऑफ मोल्स कांस्टेंट है, आर पहले ही कांस्टेंट है एक, टेंपरेचर चेंज हो ही नहीं रहा रूम का, कोई मैं हीट नहीं कर रहा, कोई कूल नहीं कर रहा। सो तीनों चीजें कांस्टेंट है। प्रेशर मैं खुद चेंज कर रहा, मेरे हाथ च ही है प्रेशर, यानी कि मेरा सारा का सारा ग्राफ सिर्फ एक चीज पे डिपेंड करता है, केड़ी चीज, वॉल्यूम। पल्ले पै गई गल, ठीक है। नाउ हुण अकॉर्डिंग टू आइडियल गैस इक्वेशन मैं ग्राफ ये उम्मीद कर रहे हैं, चाहे मैं बना ला ग्राफ PV वर्सेस P, और चाहे मैं ग्राफ बना ला Z वर्सेस P, तो Z की वैल्यू 1 है, तो मैं उम्मीद करदा है कि जे मेरी गैस आइडियल गैस इक्वेशन दे नाल नाल चलूगी तो Z की हमेशा वैल्यू कितनी आऊगी 1, ना उस तो ज्यादा ना उस तो घट। पर हुण जदों मैं ऑब्जर्व किया कि ग्राफ इदां ही आ रहा है कि नहीं आ रहा, देखो ये मेरी होप है, मेरी उम्मीद है कि आया आना चाहिए, ठीक है ना। उम्मीद च एंड एक्चुअल दे विच, असलियत दे विच डिफरेंस होता है ना। लाइक फॉर एग्जांपल हुण आपां आइडियल ते रियल गैस कर रहे हैं ना। देखो आइडियल गैस जो आपां नूं उम्मीद है, रियल गैस जो एक्चुअल च निकलूगी, ठीक है। हुण देखो बीइंग अ टीचर, एक टीचर एक आइडियल स्टूडेंट तो की एक्सपेक्ट करता है ना। जे हुण देखा जाए कि व्हाट डू यू मीन बाय एन आइडियल स्टूडेंट, ठीक है।
ਕੀ ਹੋਊਗਾ ਬੱਚੇ ਆਈਡੀਅਲ ਸਟੂਡੈਂਟ? ਜੋ ਡੇਲੀ ਦਾ ਕੰਮ ਡੇਲੀ ਕਰੇ, ਠੀਕ ਹੈ, ਹੋਮਵਰਕ ਆਪਣਾ ਕੰਪਲੀਟ ਹੋਵੇ, ਜਿੰਨਾ ਟਾਈਮ ਦਿੱਤਾ ਗਿਆ ਉਸ ਤੋਂ ਪਹਿਲਾਂ ਪਹਿਲਾਂ ਸਬਮਿਟ ਕਰਾਵੇ, ਠੀਕ ਹੈ, ਟੈਸਟ ਕਦੇ ਵੀ ਮਿਸ ਨਾ ਕਰੇ। ਜੇ ਟੈਸਟ 20 ਨੰਬਰ ਦਾ ਹੈ ਤੇ ਟੀਚਰ ਨੇ ਕਿਹਾ ਵੀ ਇਹਦੇ ਚੋਂ ਘੱਟੋ ਘੱਟ 17 ਨੰਬਰ ਆਣੇ ਚਾਹੀਦੇ ਨੇ, ਤਾਂ ਉਹਦੇ ਕੋਲੇ ਸਿਰਫ ਇਹੀ ਆਪਸ਼ਨ ਹੋਵੇ 17, 18, 19, 20, 17, 18, 19 ਔਰ 20, ਠੀਕ ਹੈ। ਜੇ ਟੀਚਰ ਕਹਿ ਰਿਹਾ ਕਿ ਸਵੇਰ 8 ਵਜੇ ਲੈਕਚਰ ਅਪਲੋਡ ਹੋ ਜਾਊਗਾ ਤੇ 40 ਮਿੰਟਸ ਦਾ ਲੈਕਚਰ ਹੈ, ਤਾਂ ਬੱਚਾ ਉਹਨੂੰ ਕਿਸ ਟਾਈਮ ਦੇ ਵਿੱਚ ਦੇਖੇ? 8 ਤੋਂ 9 ਦੇ ਵਿੱਚ। ਸਮਝ ਰਹੇ ਹੋ ਕਿ ਨਹੀਂ? ਇੱਕ ਆਈਡੀਅਲ ਸਟੂਡੈਂਟ ਤੋਂ ਟੀਚਰ ਐਕਸਪੈਕਟ ਕਰ ਰਿਹਾ ਹੈ। ਹਾਂਜੀ, ਕਿੰਨੇ ਬੱਚੇ ਆਈਡੀਅਲ ਸਟੂਡੈਂਟ ਹੈ ਜਿਨ੍ਹਾਂ ਦੀਆਂ 6 ਦੀਆਂ 6 ਕੰਡੀਸ਼ਨਸ ਹਮੇਸ਼ਾ ਫੁੱਲਫਿਲਡ ਹੈ? ਚਲੋ ਹੁਣ ਤੁਸੀਂ ਕਹੋਗੇ ਕਿ ਸਰ ਮਤਲਬ ਤੁਸੀਂ ਸਾਨੂੰ ਕਹਿ ਰਹੇ ਹੋ, ਹਨਾ? ਤਾਂ ਨੋਬਡੀ ਇਜ਼ ਆਈਡੀਅਲ ਬੱਚੇ, ਕਦੇ ਨਾ ਕਦੇ ਕੁਛ ਨਾ ਕੁਛ ਐਵਰੀਬਡੀ ਮਿਸਸ, ਠੀਕ ਹੈ। ਐਦਾਂ ਹੀ ਸਟੂਡੈਂਟਸ ਵੀ ਟੀਚਰ ਤੋਂ ਐਕਸਪੈਕਟ ਕਰਦੇ ਆ, ਹਨਾ? ਕੀ ਐਕਸਪੈਕਟ ਕਰਦੇ ਆ? ਕਿ ਲੈਕਚਰ ਹਮੇਸ਼ਾ ਟਾਈਮਲੀ ਪੈਣਾ ਚਾਹੀਦਾ ਹੈ, ਹੋਮਵਰਕ ਹਮੇਸ਼ਾ ਟਾਈਮਲੀ ਚੈੱਕ ਹੋਣਾ ਚਾਹੀਦਾ ਹੈ, ਟੈਸਟ ਜਿਹੜਾ ਹੋ ਰਿਹਾ ਉਹ ਹਮੇਸ਼ਾ ਟਾਈਮਲੀ ਚੈੱਕ ਹੋ ਰਿਹਾ ਹੈ। ਤਾਂ ਬੱਚੇ ਆਈ ਥਿੰਕ ਕਿ ਟੀਚਰਸ ਤੋਂ ਵੀ ਮਿਸਸ ਵੱਜਦੀਆਂ, ਹਨਾ? ਤਾਂ ਨੋਬਡੀ ਇਜ਼ ਆਈਡੀਅਲ, ਯੂ ਗੈਟਿੰਗ ਅ ਪੁਆਇੰਟ? ਆਈਡੀਅਲ ਕੋਈ ਵੀ ਨਹੀਂ ਹੁੰਦਾ, ਸਾਰੇ ਰੀਅਲ ਹੁੰਦੇ ਨੇ, ਬਿਕੋਜ਼ ਆਪਾਂ ਨੂੰ ਕੰਡੀਸ਼ਨਸ ਇਹੋ ਜਿਹੀਆਂ ਆ ਜਾਂਦੀਆਂ ਨੇ ਕਿ ਵੀ ਕੈਨ ਨਾਟ ਬੀ ਆਈਡੀਅਲ, ਠੀਕ ਹੈ ਨਾ? ਹੁਣ ਇੱਕ ਟੀਚਰ ਕਿੰਨਾ ਮਰਜ਼ੀ ਆਈਡੀਅਲ ਬਣ ਜਾਵੇ, ਬਟ ਯੈਸ ਸਮਟਾਈਮਸ ਪ੍ਰਾਇੋਰਿਟੀਜ਼ ਚੇਂਜ ਹੋ ਜਾਂਦੀਆਂ, ਐਂਡ ਸੇਮ ਇਜ਼ ਦ ਕੇਸ ਵਿਦ ਦ ਸਟੂਡੈਂਟਸ, ਹਨਾ? ਬਟ ਯੈਸ ਆਪਣੀ ਕੋਸ਼ਿਸ਼ ਕੀ ਹੁੰਦੀ ਹੈ? ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਾਂ ਆਈਡੀਅਲ ਦੇ ਨੇੜੇ ਤੇੜੇ ਚੱਲਣ ਦੀ ਕੋਸ਼ਿਸ਼ ਕਰੋ, ਠੀਕ ਹੈ। ਸੋ ਸਿਮਿਲਰਲੀ ਕੋਈ ਵੀ ਗੈਸ ਬੱਚੇ ਆਈਡੀਅਲ ਨਹੀਂ ਹੁੰਦੀ, ਠੀਕ ਹੈ ਨਾ? ਆਲ ਆਰ ਰੀਅਲ, ਉਹਨਾਂ ਦਾ ਬਿਹੇਵੀਅਰ ਹੈ ਜਿਹੜਾ ਉਹ ਆਈਡੀਅਲ ਗੈਸ ਇਕੁਏਸ਼ਨ ਦੇ ਅਕੋਰਡਿੰਗ ਬਿਹੇਵ ਨਹੀਂ ਕਰਦਾ। ਸੋ ਹੁਣ ਸੁਣੋ ਧਿਆਨ ਨਾਲ, ਜਦੋਂ ਮੈਂ ਗ੍ਰਾਫ ਪਲਾਟ ਕੀਤਾ PV ਵਰਸਸ P ਜਾਂ Z ਵਰਸਸ P, ਗੱਲ ਇੱਕੋ ਹੀ ਹੈ, ਅਗੇਨ ਆਈ ਰਿਪੀਟ, ਹੈ ਨਾ? ਤਾਂ ਮੈਂ ਐਕਸਪੈਕਟ ਕਰ ਰਿਹਾ ਕਿ ਉਹ ਲਾਈਨ ਐਦਾਂ ਹੀ ਜਾਣੀ ਚਾਹੀਦੀ ਹੈ, ਬਟ ਹੁਣ ਉਹ ਲਾਈਨ ਕਿਵੇਂ ਨਿਕਲੀ? ਸਾਰੀਆਂ ਗੈਸਿਸ ਲਈ ਉਹ ਲਾਈਨ ਐਦਾਂ ਨਿਕਲੀ। ਪਹਿਲਾ ਮਤਲਬ ਇੱਥੋਂ ਤੱਕ, ਇਸ ਪ੍ਰੈਸ਼ਰ ਦੀ ਵੈਲਿਊ ਤੱਕ, ਦੇਖੋ ਮੈਂ ਪ੍ਰੈਸ਼ਰ ਲਗਾ ਕੇ ਵਧਾ ਰਿਹਾ ਨਾ, ਆ ਜਿੰਨੀ ਵੀ ਵੈਲਿਊ ਹੈ ਇਸ ਪ੍ਰੈਸ਼ਰ ਦੀ ਵੈਲਿਊ ਤੱਕ ਉਹ ਮੇਰੀ ਉਮੀਦ ਤੋਂ ਘੱਟ ਚੱਲ ਰਿਹਾ, ਠੀਕ ਹੈ। ਇਸ ਪ੍ਰੈਸ਼ਰ ਤੋਂ ਬਾਅਦ ਜਿੰਨਾ ਮੈਂ ਉਮੀਦ ਕਰ ਰਿਹਾ ਉਹ ਵੱਧ ਜਾ ਰਿਹਾ, ਠੀਕ ਹੈ। ਸਿਮਿਲਰਲੀ Z ਦੀ ਵੈਲਿਊ ਵੀ ਇੱਕ ਪਾਰਟਿਕੂਲਰ ਪ੍ਰੈਸ਼ਰ ਦੀ ਵੈਲਿਊ ਤੱਕ ਸੇਮ ਚੀਜ਼ ਹੀ ਹੈ ਬੱਚੇ, ਹੈ ਨਾ? ਡਨ। ਮੇਰੀ ਉਮੀਦ ਤੋਂ ਘੱਟ ਤੇ ਇੱਕ ਉਸ ਪ੍ਰੈਸ਼ਰ ਦੀ ਵੈਲਿਊ ਤੋਂ ਬਾਅਦ ਮੇਰੀ ਉਮੀਦ ਤੋਂ ਹਮੇਸ਼ਾ ਜ਼ਿਆਦਾ, ਸਿਰਫ ਦੋ ਗੈਸਸ ਨੂੰ ਛੱਡ ਕੇ। ਇਹ ਸਾਰੀਆਂ ਗੈਸਸ ਲਈ ਹੈ, ਕਾਰਬਨ ਡਾਈਆਕਸਾਈਡ, ਆਕਸੀਜਨ, ਨਾਈਟ੍ਰੋਜਨ, ਕੁਝ ਮਰਜ਼ੀ, ਠੀਕ ਹੈ ਨਾ? ਸਭ ਦੇ ਲਈ ਸੇਮ ਗ੍ਰਾਫ ਆਊਗਾ, ਪਹਿਲਾਂ ਉਮੀਦ ਤੋਂ ਘੱਟ, ਫਿਰ ਇੱਕ ਪਾਰਟਿਕੂਲਰ ਵੈਲਿਊ ਤੋਂ ਬਾਅਦ ਉਮੀਦ ਤੋਂ ਜ਼ਿਆਦਾ। ਸਿਰਫ ਦੋ ਗੈਸਸ ਲਈ ਉਹ ਹਮੇਸ਼ਾ ਕੀ ਹੋਊਗਾ? ਪੋਜ਼ਿਟਿਵ, ਹਮੇਸ਼ਾ ਆਪਣੀ ਉਮੀਦ ਤੋਂ ਜ਼ਿਆਦਾ, ਸਟਾਰਟਿੰਗ ਤੋਂ ਹੀ ਆਪਣੀ ਉਮੀਦ ਤੋਂ ਜ਼ਿਆਦਾ। ਇਹ ਦੋ ਗੈਸਸ ਕਿਹੜੀਆਂ ਨੇ? ਇੱਕ ਹਾਈਡਰੋਜਨ ਤੇ ਦੂਸਰੀ ਹੀਲੀਅਮ, ਇੱਕ ਹਾਈਡਰੋਜਨ ਤੇ ਦੂਸਰੀ ਹੀਲੀਅਮ। ਕਲੀਅਰ ਬੱਚੇ? ਹਮੇਸ਼ਾ ਪੋਜ਼ਿਟਿਵ ਡੇਵੀਏਸ਼ਨ ਆਊਗੀ ਇਹਨਾਂ ਦੋ ਗੈਸਸ ਲਈ। ਹੁਣ ਦੇਖੋ, ਸੋ ਇਹ ਦੋ ਕੰਡੀਸ਼ਨਸ ਕਿਹੜੀਆਂ ਬੱਚੇ? ਸੋ ਹੁਣ ਧਿਆਨ ਨਾਲ ਸੁਣੋ। ਸੋ ਇਹ ਦੋ ਕੰਡੀਸ਼ਨਸ ਕਿਹੜੀਆਂ? ਗ੍ਰਾਫ ਇਜ਼ ਬਿਟਵੀਨ Z, ਚਲੋ ਮੈਂ ਇੱਕ ਗ੍ਰਾਫ ਤਾਂ ਹੁਣ ਮਿਟਾ ਹੀ ਦਿੰਦਾ, ਆਪਾਂ ਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ। ਸੋ ਲਿਖੋ ਇਹਦੇ, ਪਹਿਲਾਂ ਮੈਂ ਇਹਦੀ ਗੱਲ ਕਰ ਰਿਹਾ ਇੱਥੋਂ ਤੱਕ, ਠੀਕ ਹੈ। ਸੋ ਦੇਖੋ Z is equal to PV by nRT, clear, done। ਹੁਣ ਦੇਖੋ everything depends upon volume, ਹੋਰ ਕਿਸੇ ਚੀਜ਼ ਦੇ ਉੱਪਰ ਤਾਂ ਡਿਪੈਂਡ ਹੀ ਨਹੀਂ ਕਰ ਰਿਹਾ। ਸੋ ਆਪਾਂ ਪਹਿਲਾ ਕੇਸ ਡਿਸਕਸ ਕਰ ਰਹੇ ਹਾਂ ਇੱਥੋਂ ਤੱਕ ਦਾ, ਠੀਕ ਹੈ। This is called negative deviation, this is called negative deviation। negative deviation समझ रहे ना? negative मतलब जीरो तो घट, यानी कि मेरी उम्मीद तो घट, ठीक है ना? जितना मैं उम्मीद कर रहा हूं उस तो घट रिजल्ट आ रहा है,
तो इट मींस मैं मान रहा कि मेरा जो रिजल्ट है वो नेगेटिवली डेविएट कर रहा है मेरी उम्मीद तो, ठीक है ना। सो दिस इज कॉल्ड नेगेटिव डेविएशन, यानी कि देखो प्रेशर मैं खुद लगा रहा है ਉਹਦੇ ਚ ਤਾਂ ਗਲਤੀ ਹੋਣ ਦਿੰਦਾ ਨਹੀਂ मैं, नंबर ऑफ मोल्स कांस्टेंट है, आर कांस्टेंट है, टी कांस्टेंट है, यानी कि जितनी भी नेगेटिव डेविएशन आ रही है वो किदे करके आ रही है, वॉल्यूम करके आ रही है। जितनी वॉल्यूम मैं उम्मीद कर रहे हैं वॉल्यूम उस तो घट जा रही है, यानी कि ਜਿਹੜੀ गैस है जे मैं ਉਹਨੂੰ दब के ਇੰਨਾ करना चाहता सी वो ਇੰਨੀ हो गई, वॉल्यूम घट गई ना मेरी उम्मीद तो, ज्यादा दब गई गैस, यानी कि the gas is more compressible than expected। so इन्ने हिस्से ਲਈ बच्चे ਜਿਹੜੀ गैस है that is more compressible than expected, यानी कि ਜਿਹੜਾ z है that is less than 1। easy कि नहीं, ठीक है। so this is less than 1। now ਹੁਣ ਆਪਾਂ मूव कर रहे हैं बच्चे इधरले पासे, ठीक है। या आप ये भी कह सकते हैं कि इन्ने हिस्से ਲਈ ਜਿਹੜੀ वॉल्यूम है एक्चुअल वॉल्यूम वो अपनी उम्मीद तो घट आ रही है। आप यही कहना भी आइडियल वॉल्यूम तो हैगी एक, ਜਿਹੜੀ वॉल्यूम एक्चुअल आ रही है उस तो घट आ रही है। मैं ये भी कह सकता है कि यानी कि V real upon V ideal is less than 1, ठीक है ना। सो मैं जितनी उम्मीद कर रहे हैं वॉल्यूम दी, वॉल्यूम मेरी उस तो घट आ रही है, यानी कि मैं जिन्ना गैस ਨੂੰ दबना चाहता सी उस तो ज्यादा दब गई, ठीक है। जिन्ना मैं प्रेशर लगा के उसको दबना चाहता सी उस तो ज्यादा दब गई, यानी कि गैस मेरी उम्मीद तो ज्यादा कंप्रेस होगी। सो गैस इज मोर कंप्रेसिबल देन एक्सपेक्टेड एने पोर्शन पे, ठीक है। ਜਿਹੜਾ ਹੁਣ ਇੱਕ ਆ ਪੁਆਇੰਟ ਹੈ, सिर्फ इस पॉइंट पे जिन्नी मैं उम्मीद कर रहा हूं उन्नी दब रही है गैस, है ना। ਹੁਣ ਉਸ ਤੋਂ ਬਾਅਦ सो सेकंड केस बचे ये ਆਪਾਂ ਇੱਥੇ ਨੋਟ ਕਰ ਲੈਂਦੇ ਆ। सो सेकंड केस मेरी उम्मीद तो ज्यादा, यानी कि पॉजिटिव डेविएशन, ठीक है। सो सारा कुछ उल्टा, अगेन जिन्नी वॉल्यूम मैं उम्मीद कर रहे हैं गैस की वॉल्यूम उस तो ज्यादा है, यानी कि जे मैं गैस ਨੂੰ कंप्रेस करके इन्ना करना चाहता सी गैस उन्नी कंप्रेस नहीं हुई, ਉਹਦੀ वॉल्यूम उस तो ज्यादा लगी, ठीक है। सो द गैस इज लेस कंप्रेसिबल देन एक्सपेक्टेड, ठीक है। जो z है बच्चे दैट इज ग्रेटर देन 1, यानी कि v रियल इज ग्रेटर देन v आइडियल। मैं भी कह सकते हैं कि v रियल अपॉन v आइडियल इज ग्रेटर देन 1, क्लियर। सो ये डेविएशंस ਆਪਾਂ ਨੂੰ ਦੇਖਣ ਨੂੰ ਮਿਲੀਆਂ ਇੱਕ ਆਈਡੀਅਲ ਗੈਸ ਬਿਹੇਵੀਅਰ ਤੋਂ, ਠੀਕ ਹੈ ਨਾ। ਆਪਾਂ ਉਮੀਦ ਕਰ ਰਹੇ ਸੀ ਕਿ ਜਿਹੜੀ PV ਦੀ ਵੈਲਿਊ ਹੈ ਉਹ ਪ੍ਰੈਸ਼ਰ ਦੇ ਨਾਲ ਕਾਂਸਟੈਂਟ ਰਹੂਗੀ ਜਾਂ Z ਦੀ ਵੈਲਿਊ 1 ਰਹੂਗੀ, ਬਟ ਜਿਵੇਂ ਜਿਵੇਂ ਆਪਾਂ ਪ੍ਰੈਸ਼ਰ ਲਗਾ ਕੇ ਦੇਖਿਆ ਸ਼ੁਰੂ ਵਿੱਚ ਤਾਂ ਗੈਸ ਆਪਣੀ ਉਮੀਦ ਤੋਂ ਜ਼ਿਆਦਾ ਦਬ ਗਈ ਤੇ ਇੱਕ ਪਾਰਟਿਕੂਲਰ ਪ੍ਰੈਸ਼ਰ ਦੀ ਵੈਲਿਊ ਤੋਂ ਗੈਸ ਆਪਣੀ ਉਮੀਦ ਤੋਂ ਘੱਟ ਦਬੀ, ਠੀਕ ਹੈ। ਦਿਸ ਇਜ਼ ਕਾਲਡ ਨੈਗੇਟਿਵ ਡੇਵੀਏਸ਼ਨ ਐਂਡ ਦਿਸ ਇਜ਼ ਕਾਲਡ ਪੋਜ਼ਿਟਿਵ ਡੇਵੀਏਸ਼ਨ। ਹੁਣ ਆਪਾਂ ਕਰਾਂਗੇ ਵੀ ਇਦਾਂ ਕਿਉਂ ਹੋਇਆ ਬੱਚੇ, ਠੀਕ ਹੈ ਨਾ। ਪਹਿਲਾਂ ਆਪਾਂ ਕਰਾਂਗੇ ਵੀ ਇਦਾਂ ਕਿਉਂ ਹੋਇਆ, ਫਿਰ ਆਪਾਂ ਕਰਾਂਗੇ ਕਿ ਇਹਦਾ ਸੋਲੂਸ਼ਨ ਕੀ ਹੈ, ਇਹਨੂੰ ਆਪਾਂ ਠੀਕ ਕਿਵੇਂ ਕਰ ਸਕਦੇ ਹਾਂ। ਡਨ। ਤੇ ਹੁਣ ਆਪਾਂ ਕਰਨਾ ਹੈ ਕਿ ਇਹ ਡੇਵੀਏਸ਼ਨਸ ਕਿਉਂ ਆ ਰਹੀਆਂ, ਹੈ ਨਾ। ਇੱਕ ਪਾਰਟਿਕੂਲਰ ਪ੍ਰੈਸ਼ਰ ਵੈਲਿਊ ਤੱਕ ਨੈਗੇਟਿਵ ਡੇਵੀਏਸ਼ਨ, ਉਸ ਤੋਂ ਬਾਅਦ ਇੱਕ ਪੋਜ਼ਿਟਿਵ ਡੇਵੀਏਸ਼ਨ, ਇਹ ਕਿਉਂ ਆ ਰਹੀ ਹੈ, ਠੀਕ ਹੈ। ਦੇਖੋ ਜਦੋਂ ਕੋਈ ਡੇਵੀਏਸ਼ਨ ਆ ਰਹੀ ਹੈ ਤਾਂ ਇਟ ਮੀਨਸ ਆਪਣੇ ਤੋਂ ਜੋ ਕੁਝ ਆਪਾਂ ਨੇ ਪੜ੍ਹਿਆ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੋਈ ਹੈ, ठीक है। ਹੁਣ काइनेटिक मॉलिक्यूलर थ्योरी ਦੇ ਦੋਨੋਂ ਰੋਂਗ ਪੁਆਇੰਟਸ ਤੇ ਜਾਓ, ठीक है। सो रीजन फॉर द डेविएशंस, सो ਆਪਾਂ ਕਹਾਂਗੇ ਕਿ these deviations arise due to two fault
faulty assumptions, due to two faulty assumptions of kinetic molecular theory. ਆਪਾਂ kinetic molecular theory ਚ ਦੋ wrong assumptions ਕਰ ਬੈਠੇ ਜਿਹਦੇ ਕਰਕੇ ਇਹ ਗਲਤੀਆਂ ਆਈਆਂ, ਠੀਕ ਹੈ ਨਾ। ਉਹ ਦੋ wrong assumptions ਕਿਹੜੀਆਂ ਸੀ, ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਮਾਰਕ ਵੀ ਕਰਵਾਈਆਂ ਸੀ ਤੇ ਮੈਂ ਤੁਹਾਨੂੰ ਕਿਹਾ ਵੀ ਸੀਗਾ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਲਰਨ ਵੀ ਕਰਨਾ ਹੈ। ਸੋ those two wrong assumptions were, number one, there are no forces of attraction between the gas molecules. So gas molecules ਦੇ ਵਿਚਕਾਰ ਕੋਈ forces of attraction ਨਹੀਂ ਹੈਗੀਆਂ। ਯਾਦ ਹੈ point number 5 ਸੀਗਾ ਆਪਣਾ, ਤੇ ਆਪਾਂ ਨੇ ਕਿਹਾ ਸੀਗਾ ਕਿ gas molecules ਦੇ ਵਿਚਕਾਰ forces of attraction ਹੁੰਦੀਆਂ, ਬੇਸ਼ੱਕ ਉਹ ਬਹੁਤ ਜ਼ਿਆਦਾ ਵੀਕ ਹੁੰਦੀਆਂ। ਕਿਹੜੀਆਂ? ਵੈਨ ਡਰ ਵਾਲਸ forces। ਸੋ point ਗਲਤ ਹੈ। ਨੰਬਰ 2 ਆਪਾਂ ਨੇ ਕਿਹਾ ਸੀ the actual volume of gas molecules is negligible as compared to the total volume of the container. So gas molecules the actual volume container the volume ਦੇ ਮੁਕਾਬਲੇ negligible ਹੈ, ਠੀਕ ਹੈ। ਇਹ ਆਪਾਂ ਨੇ ਜਿਵੇਂ ਕੱਲ ਪ੍ਰੂਵ ਵੀ ਕੀਤਾ ਹੈ ਕੁਝ ਹੱਦ ਤੱਕ ਵੀ ਸਿਰਫ 0.1% ਸੀ, ਯਾਦ ਹੈ ਨਿਊਮੈਰੀਕਲ ਦੇ ਵਿੱਚ। ਪਰ ਜੇ ਮੈਂ ਨਾਲ ਇਹ ਵੀ ਕਿਹਾ ਸੀ ਕਿ ਇਹ ਹਰ ਕੰਡੀਸ਼ਨ ਦੇ ਵਿੱਚ ਐਪਲੀਕੇਬਲ ਨਹੀਂ ਹੈ। ਦੇਖੋ ਆਪਾਂ ਨੇ ਉਦੋਂ ਤੁਹਾਨੂੰ ਕੀ ਕਿਹਾ ਸੀ, ਸਪੋਜ਼ ਮੇਰੇ ਕੋਲ ਆ ਇੱਕ ਬੀਕਰ ਹੈ ਤੇ ਆ ਇਹਦੇ ਵਿੱਚ ਗੈਸ ਪਈ ਹੈ। ਹੁਣ ਮੈਂ ਇਹ ਕਹਿ ਸਕਦਾ ਕਿ ਇਸ ਬੀਕਰ ਦੇ ਮੁਕਾਬਲੇ ਇਸ ਗੈਸ ਦੀ ਵੋਲਿਊਮ ਕੀ ਹੈ, ਬਹੁਤ 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 ਘੱਟ ਹੈ। ਪਰ 1 2 3 4 5 6 7 ਹੁਣ ਇਹੀ ਗੈਸ ਨੂੰ ਮੈਂ ਥੋੜਾ ਜਿਹਾ ਕੰਪਰੈਸ ਕਰਕੇ ਇਸ ਬੀਕਰ ਚ ਰੱਖਦਾ। ਹੁਣ ਮੈਨੂੰ ਆਏ ਦੱਸੋ ਕਿ ਇਸ ਬੀਕਰ ਦੇ ਮੁਕਾਬਲੇ ਇਹਦੀ ਵੋਲਿਊਮ ਨੈਗਲੀਜੀਬਲ ਹੈ? ਨਹੀਂ, ਕਿਉਂਕਿ ਬੀਕਰ ਦਾ ਵੋਲਿਊਮ ਆਪਦੀ ਬਹੁਤ ਘੱਟ ਹੈ। ਹੁਣ ਆਪਣੇ ਕੋਲ ਪਰਫਿਊਮ ਦੀ ਬੋਟਲ ਹੁੰਦੀ ਹੈ, ਉਹ ਪਰਫਿਊਮ ਦੀ ਬੋਟਲ ਅਗਰ ਟੁੱਟ ਜੇ ਤਾਂ ਉਹ ਸਾਰਾ ਪਰਫਿਊਮ ਰੂਮ ਦੇ ਵਿੱਚ ਫੈਲ ਜਾਊਗਾ ਜਾਂ ਘਰ ਦੇ ਵਿੱਚ ਫੈਲ ਜਾਊਗਾ, ਠੀਕ ਹੈ। ਤਾਂ ਘਰ ਦੇ ਮੁਕਾਬਲੇ ਉਹਦੀ ਵੋਲਿਊਮ ਨੈਗਲੀਜੀਬਲ ਹੈ ਪਰਫਿਊਮ ਦੀ, ਕਿਉਂਕਿ ਉਹ ਤਾਂ ਉਹਨਾਂ ਕੀ ਹੈ। ਬਟ ਜਦੋਂ ਉਹ ਬੋਟਲ ਦੇ ਵਿੱਚ ਸੀਗਾ ਤਾਂ ਉਹਦੀ ਵੋਲਿਊਮ ਨੈਗਲੀਜੀਬਲ ਥੋੜੀ ਸੀ। ਸੋ ਇਟ ਡਿਪੈਂਡਸ ਕਿ ਆਪਾਂ ਨੇ ਗੈਸ ਨੂੰ ਕਿੱਥੇ ਲਿਆ ਹੋਇਆ ਹੈ, ਠੀਕ ਹੈ ਨਾ। ਅਗਰ ਉਹ ਲੋ ਪ੍ਰੈਸ਼ਰ ਤੇ ਹੈ, ਦੇਖੋ ਨਾ, ਅਗਰ ਉਹ ਲੋ ਪ੍ਰੈਸ਼ਰ ਤੇ ਹੈ ਤਾਂ ਉਹਦੀ ਵੋਲਿਊਮ ਕੰਟੇਨਰ ਦੇ ਮੁਕਾਬਲੇ ਨੈਗਲੀਜੀਬਲ ਹੈ। ਜੇ ਮੈਂ ਪ੍ਰੈਸ਼ਰ ਵਧਾ ਕੇ ਉਹਨੂੰ ਛੋਟੇ ਕੰਟੇਨਰ ਚ ਕਰਤਾ ਤਾਂ ਹੁਣ ਉਸਦੀ ਵੋਲਿਊਮ ਨੈਗਲੀਜੀਬਲ ਥੋੜੀ ਹੈ ਬੱਚੇ। ਮੇਰੀ ਗੱਲ ਸਮਝ ਆਈ ਕਿ ਨਹੀਂ? ਸੋ ਯਾਨੀ ਕਿ ਇਹ ਦੋ ਰੋਂਗ ਅਸੰਪਸ਼ਨਸ ਨੇ ਜਿਹੜੀਆਂ ਕਿ ਹਰ ਜਗ੍ਹਾ ਤੇ ਐਪਲੀਕੇਬਲ ਨਹੀਂ ਹੈਗੀਆਂ, ਠੀਕ ਹੈ ਨਾ। ਇਹ ਦੋ ਰੋਂਗ ਅਸੰਪਸ਼ਨਸ ਕਰਕੇ ਆਪਣੇ ਰਿਜ਼ਲਟਸ ਖਰਾਬ ਆ ਰਹੇ ਹੈ, ਠੀਕ ਹੈ ਨਾ। ਸੋ ਇਹਨਾਂ ਨੂੰ ਕਰੈਕਟ ਕਿਵੇਂ ਕੀਤਾ ਜਾ ਸਕਦਾ ਹੈ, ਠੀਕ ਹੈ। ਸੋ ਹਾਊ ਯੂ ਕੈਨ ਕਰੈਕਟ these wrong assumptions, ਠੀਕ ਹੈ। ਸੋ ਦੇਖੋ ਬੱਚੇ, ਆਪਾਂ ਕਹਾਂਗੇ ਕਿ ਕੋਈ ਵੀ ਗੈਸ, ਜੇ ਆਪਾਂ ਨੇ ਉਹਦਾ ਗ੍ਰਾਫ ਬਿਲਕੁਲ ਸਿੱਧਾ ਕਰਨਾ ਹੈ, ਉਵੇਂ ਹੀ ਕਰਨਾ ਹੈ ਜਿਵੇਂ ਆਪਾਂ ਐਕਸਪੈਕਟ ਕਰਦੇ ਹਾਂ, ਹਨਾ, ਇੱਕ ਸਟ੍ਰੇਟ ਲਾਈਨ, ਉਹ ਕਦੋਂ ਆਊਗਾ? ਸੋ ਦੇਖੋ, ਅੱਛਾ ਉਸ ਤੋਂ ਪਹਿਲਾਂ ਹੁਣ ਆਪਾਂ ਕਰਨਾ ਹੈ ਕਿ ਰੀਅਲ ਗੈਸ ਕੀ ਹੁੰਦੀ ਹੈ, ਹਨਾ। ਸੋ ਆਪਾਂ ਨੇ ਕੀ ਕਿਹਾ, ਦੇਖੋ ਵੀ ਆਈਡੀਅਲ ਗੈਸ ਕੀ ਸੀ, which behaves according to PV is equal to nRT at all conditions of temperature and pressure, but ਕੋਈ ਵੀ ਗੈਸ ਆਈਡੀਅਲ ਨਹੀਂ ਹੁੰਦੀ, all gases are real gases, ਠੀਕ ਹੈ ਨਾ। ਬਟ ਇੱਕ ਰੀਅਲ ਗੈਸ ਆਈਡੀਅਲ ਕਿਵੇਂ ਬਣ ਸਕਦੀ ਹੈ? ਸੋ ਦੇਖੋ, a real gas can behave as an ideal gas only at, ਸੋ ਇਹ ਦੋਨੋਂ ਚੀਜ਼ਾਂ ਨੂੰ ਮੈਂ ਕਿਵੇਂ ਠੀਕ ਕੀਤਾ? ਨੰਬਰ 1, low pressure, number 2, high temperature। ਤੁਸੀਂ ਪ੍ਰੈਸ਼ਰ ਨੂੰ ਲੋ ਰੱਖੋ ਤਾਂ ਵੀ ਸਟ੍ਰੇਟ ਲਾਈਨ ਆਊਗੀ, ਦੇ ਨਾਲ ਨਾਲ ਟੈਂਪਰੇਚਰ ਨੂੰ ਹਾਈ ਰੱਖੋ, ਦੋਨੋਂ ਕੰਡੀਸ਼ਨਸ ਦੇਵੋਗੇ। ਜੇ ਪ੍ਰੈਸ਼ਰ, ਦੇਖੋ ਮੇਰੀ ਗੱਲ ਸੁਣੋ, ਉਹਨਾਂ ਦੇ 4 ਕੰਡੀਸ਼ਨਾਂ ਬਣ ਗਈਆਂ ਮੇਰੇ ਕੋਲੇ। ਹੁਣ ਜੇ ਤੁਹਾਨੂੰ ਕੁਐਸਚਨ ਆਵੇ ਕਿ ਇੱਕ ਰੀਅਲ ਗੈਸ ਜਾਂ ਕੋਈ ਵੀ ਗੈਸ ਆਈਡੀਅਲ ਗੈਸ ਕਦੋਂ ਬਿਹੇਵ ਕਰਦੀ ਹੈ,
तो इन्होंने अपन ਨੂੰ चार ऑप्शंस ਦਿੱਤੀਆਂ ਨੇ तो इन्होंने अपन ਨੂੰ चार ऑप्शंस ਦਿੱਤੀਆਂ ਨੇ ਕਿਹੜੀਆਂ चार ऑप्शंस देखो लो प्रेशर लो टेम्परेचर दोनों लो करते हाई प्रेशर हाई टेम्परेचर लो प्रेशर हाई टेम्परेचर हाई प्रेशर लो टेम्परेचर तो अपनी गैस आइडियल किदों बिहेव करूगी एट लो प्रेशर हाई टेम्परेचर वेरी 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 इंपॉर्टेंट बाकी कोई भी कंडीशन के ऊपर आइडियली बिहेव नहीं करूगी अपन चेक भी करांगे ग्राफ दे नाल प्रूव भी करांगे सो देखो सो अपन लिखांगे कोई भी गैस इट स्टार्ट्स बिहेविंग एज एन आइडियल गैस एट लो प्रेशर एंड हाई टेम्परेचर ਉਹਦਾ रीजन की है देखो एक सिंपल ਜਿਹਾ ਫੰਡਾ ਹੈ ਇਹ ਜਦੋਂ ਪ੍ਰੈਸ਼ਰ ਕੀ ਹੋਊਗਾ ਲੋ ਹਨਾ ਤਾਂ ਲੋ ਪ੍ਰੈਸ਼ਰ ਤੇ ਗੈਸ ਫੈਲ ਜੂਗੀ ਉਹਦੀ ਵੋਲਿਊਮ ਕੀ ਹੋ ਜੂਗੀ ਓਵਰਆਲ ਬਹੁਤ ਜ਼ਿਆਦਾ ਤੇ ਯਾਨੀ ਕਿ ਆਵਲਾ ਪੁਆਇੰਟ ਆਪਣਾ ਕਰੈਕਟ ਹੋ ਜਾਊਗਾ ਜਿਹੜੀ ਐਕਚੁਅਲ ਵੋਲਿਊਮ ਹੈ ਠੀਕ ਹੈ ਨਾ ਦੇਖੋ ਆਪਾਂ ਨੇ ਆਹੀ ਕੰਡੀਸ਼ਨ ਕੀਤੀ ਹੈ ਨਾ ਕਿ ਅਗਰ ਗੈਸ ਇੱਕ ਵੱਡੇ ਕੰਟੇਨਰ 'ਚ ਹੈ ਤਾਂ ਉਹਦੀ ਵੋਲਿਊਮ ਨੈਗਲੀਜੀਬਲ ਹੈ ਅਗਰ ਛੋਟੇ ਕੰਟੇਨਰ 'ਚ ਕਰਤੀ ਉਹੀ ਗੈਸ ਤਾਂ ਉਹਦੀ ਵੋਲਿਊਮ ਨੈਗਲੀਜੀਬਲ ਨਹੀਂ ਹੈਗੀ ਸੋ ਇੱਥੇ ਤੁਸੀਂ ਪ੍ਰੈਸ਼ਰ ਵਧਾਇਆ ਹੋਇਆ ਨਾ ਪ੍ਰੈਸ਼ਰ ਘਟਾ ਦਿਓ ਉਹ ਗੈਸ ਫੈਲ ਜੂਗੀ ਲੋ ਪ੍ਰੈਸ਼ਰ ਤੇ ਉਹ ਜਦੋਂ ਗੈਸ ਫੈਲ ਗਈ ਤਾਂ ਉਹਦੀ ਐਕਚੁਅਲ ਵੋਲਿਊਮ ਕੰਟੇਨਰ ਦੀ ਵੋਲਿਊਮ ਦੇ ਮੁਕਾਬਲੇ ਕੀ ਹੋ ਜੂਗੀ ਨੈਗਲੀਜੀਬਲ ਡਨ ਸੋ ਲੋ ਪ੍ਰੈਸ਼ਰ ਤੇ ਆਪਣੀ ਜਿਹੜੀ ਆਹ ਵਾਲੀ ਕੰਡੀਸ਼ਨ ਹੈ ਉਹ ਸਹੀ ਹੋਊਗੀ ਹੁਣ ਆ ਜਾਓ ਹਾਈ ਟੈਂਪਰੇਚਰ ਤੇ ਜਦੋਂ ਬੱਚੇ ਆਪਾਂ ਕਿਸੇ ਨੂੰ ਹੀਟ ਕਰਦੇ ਆ ਹੀਟ ਕਰਕੇ ਉਹਦੀਆਂ ਜਿਹੜੀਆਂ ਆਪਸ ਦੀਆਂ ਫੋਰਸਸ ਨੇ ਉਹ ਕੀ ਹੋ ਜਾਂਦੀਆਂ ਨੇ ਵੀਕ ਘਟ ਜਾਂਦੀਆਂ ਨੇ ਦੇਖੋ ਤੁਸੀਂ ਸੋਲਿਡ ਨੂੰ ਹੀਟ ਕਰਦੇ ਹੋ ਸੋਲਿਡ ਹੀਟ ਕਰਕੇ ਕੀ ਬਣ ਜਾਂਦਾ ਹੈ ਲਿਕੁਇਡ ਲਿਕੁਇਡ ਨੂੰ ਹੀਟ ਕਰਦੇ ਹੋ ਤਾਂ ਹੀਟ ਕਰਕੇ ਕੀ ਬਣ ਜਾਂਦਾ ਹੈ ਗੈਸ ਉਹ ਕਿਉਂ ਹੁੰਦਾ ਹੈ ਕਿਉਂਕਿ ਸੋਲਿਡਸ ਦੇ ਵਿਚਕਾਰ देयर वर वेरी स्ट्रांग फोर्सेस ऑफ अट्रैक्शन ਹੀਟ ਕਰਨ ਤੇ ਇਹ ਮੋਲੀਕਿਊਲਸ ਦੀ ਪਹਿਲਾਂ ਵਾਈਬ੍ਰੇਸ਼ਨ ਸ਼ੁਰੂ ਹੋਈ ਕਾਈਨੈਟਿਕ એનર્ਜੀ ਵਧੀ ਜਦੋਂ એનર્ਜੀ ਇੰਨੀ ਵਧੀ ਕਿ ਉਹ ਆਪਸ ਦੀਆਂ ਫੋਰਸਸ ਨੂੰ ਤੋੜ ਸਕਦੇ ਨੇ ਤੋੜ ਕੇ ਦੂਰ ਹੋ ਕੇ ਲਿਕੁਇਡ ਬਣ ਗਏ ਹਲੇ ਵੀ ਉਹਨਾਂ ਦੇ ਵਿਚਕਾਰ ਫੋਰਸਸ ਹੈਗੀਆਂ ਨੇ ਜਦੋਂ ਉਹ ਫੋਰਸਸ ਜਮਾ ਤੋੜਤੀਆਂ ਉਹਨਾਂ ਨੇ ਫਿਰ ਕੀ ਬਣ ਗਏ ਉਹ ਗੈਸਸ ਇਹੀ ਫੰਡਾ ਹੁੰਦਾ ਨਾ ਆਪਣਾ ਸੋਲਿਡ ਲਿਕੁਇਡ ਗੈਸ ਦਾ ਸੋ ਜਿਵੇਂ ਜਿਵੇਂ ਤੁਸੀਂ ਟੈਂਪਰੇਚਰ ਵਧਾਉਂਦੇ ਗਏ ਗੈਸਸ ਦੇ ਵਿਚਕਾਰ ਪਹਿਲੇ ਹੀ ਬੱਚੇ ਕਿਹੜੀਆਂ ਫੋਰਸਸ ਹੈ ਵੈਰੀ ਵੀਕ ਵੈਨ ਡਰ ਵਾਲਸ ਫੋਰਸਸ ਤਾਂ ਉਹ ਫੋਰਸਸ ਵੀ ਹੋਰ ਜ਼ਿਆਦਾ ਵੀਕ ਹੋ ਕੇ ਬਿਲਕੁਲ ਖਤਮ ਹੋ ਗਈਆਂ ਸੋ देयर आर नो forces of attraction between the gas molecules at high temperature done so ਜੇ ਤੁਸੀਂ ਆਹ ਦੋ ਕੰਡੀਸ਼ਨਸ ਮੇਨਟੇਨ ਕਰੋਗੇ ਤਾਂ ਆਪਣਾ ਗ੍ਰਾਫ ਜਮਾ ਸਟ੍ਰੇਟ ਲਾਈਨ ਆਊਗਾ ਕੋਈ ਡਿਵੀਏਸ਼ਨ ਨਹੀਂ ਆਊਗੀ ਕਿਉਂਕਿ ਲੋ ਪ੍ਰੈਸ਼ਰ ਤੇ ਗੈਸ ਦੇ ਮੋਲੀਕਿਊਲਸ ਦੀ ਵੋਲਿਊਮ ਵਾਕਈ ਚ ਨੈਗਲੀਜੀਬਲ ਹੋ ਜੂਗੀ ਐਂਡ ਹਾਈ ਟੈਂਪਰੇਚਰ ਤੇ ਉਹਨਾਂ ਦੇ ਵਿਚਕਾਰ ਕੋਈ ਫੋਰਸਸ ਆਫ ਅਟਰੈਕਸ਼ਨ ਨਹੀਂ ਰਹਿਣੀਆਂ ਇਹੀ ਦੋ ਰੋਂਗ ਅਸੰਪਸ਼ਨ ਸੀ ਤੇ ਇਹੀ ਦੋਨੋਂ ਰੋਂਗ ਅਸੰਪਸ਼ਨਸ ਆਪਾਂ ਨੇ ਕੀ ਕਰਤੀਆਂ ਕਰੈਕਟ ਬੱਚੇ ਪੱਲੇ ਪਈ ਗੱਲ ਠੀਕ ਹੈ ਨਾਓ ਹੁਣ ਦੇਖੋ ਜ਼ਰਾ ਆਪਾਂ ਇਹ ਗੱਲ ਪ੍ਰੂਵ ਕਰ ਰਹੇ ਹਾਂ ਕਿਵੇਂ ਪ੍ਰੂਵ ਕਰਾਂਗੇ ਸੋ ਦੇਖੋ सो मैं ये चीज प्रूव कर रहे हैं कि वाकई च लो प्रेशर एंड हाई टेंपरेचर पे कोई डेविएशन नहीं आती ਆਪਾਂ ਨੇ ਕੀ ਕੀਤਾ ਦੇਖੋ ਇੱਕ ਬੀਕਰ ਲਿਆ ਉਹਦੇ ਵਿੱਚ ਇੱਕ ਪਾਰਟਿਕੂਲਰ ਅਮਾਉਂਟ ਆਫ ਗੈਸ ਲੈ ਲਈ ਠੀਕ ਹੈ ਸੋ ਮੈਂ ਉਸ ਦਾ Z ਦਾ ਗ੍ਰਾਫ ਬਣਾਉਣਾ ਸ਼ੁਰੂ ਕੀਤਾ So let it be कि रूम का टेम्परेचर मेरे को कितना है T1 so ये वाली एक्सपेरिमेंट मैं कर रहे हैं T1 पे नॉर्मल रूम टेम्परेचर तो मेरे को ग्राफ देखो आया ठीक है जिਵੇਂ मैं उम्मीद कर रहे हैं सो पहला नेगेटिव डिवीजन फिर पॉजिटिव डिवीजन ठीक है सो आहा वाला मेरा प्रेशर है जिस तो बाद एक ही हो गया पॉजिटिव ठीक है हुण बच्चे मैं बिल्कुल सेम साइज दा बीकर ते ओने ही मोल्स या मॉलिक्यूल्स गैस दे लेके उਵੇਂ ही प्रेशर दे नाल सेम एक्सपेरिमेंट ओने ही प्रेशर वैल्यूज 1 तो 2 2 तो 4 4 तो 8 बट मैं टेंपरेचर करता T2 where T2 is greater than T1 और टेंपरेचर थोड़ा ज्यादा बढ़ाता
ਤੇ ਮੈਂ ਆਬਜ਼ਰਵ ਕੀਤਾ ਕਿ ਦੇਖਾਂ ਗ੍ਰਾਫ ਕਿਵੇਂ ਆਉਂਦਾ ਪਿਆ। ਹੁਣ ਜਿਹੜਾ ਮੇਰਾ ਗ੍ਰਾਫ ਸੀ Z ਦਾ ਵਰਸਸ ਪ੍ਰੈਸ਼ਰ, ਉਹ ਗ੍ਰਾਫ ਇਦਾਂ ਹੈ। ਸੋ ਬੱਚੇ ਕੋਈ ਫਰਕ ਆਬਜ਼ਰਵ ਹੋ ਰਿਹਾ ਤੁਹਾਨੂੰ? ਹੋ ਰਿਹਾ ਨਾ? ਜਿਹੜਾ ਆਹ ਕਰਵ ਸੀਗਾ ਉਹ ਥੋੜਾ ਜਿਹਾ ਘਟ ਗਿਆ, ਠੀਕ ਹੈ। ਜਿਹੜੀ ਨੈਗੇਟਿਵ ਡਿਵੀਏਸ਼ਨ ਸੀ ਉਹ ਘਟ ਗਈ, ਪੋਜ਼ਿਟਿਵ ਡਿਵੀਏਸ਼ਨ ਉਮੀ ਚੱਲ ਰਹੀ ਹੈ, ਉਹ ਤੇ ਆਪਾਂ ਆਨੇ ਆ, ਹੈਨਾ। ਫਿਰ ਮੈਂ ਤੀਸਰਾ ਐਕਸਪੈਰੀਮੈਂਟ ਕੀਤਾ, ਉਸੇ ਰੂਮ 'ਚ ਉਸੇ ਬੀਕਰ ਤੇ, ਉਸੇ ਬੀਕਰ ਦੀ ਮਤਲਬ ਸੇਮ ਬੀਕਰ 'ਚ ਉਨੀ ਹੀ ਗੈਸ ਲੈ ਕੇ ਹੁਣ ਮੈਂ ਦੁਬਾਰੇ ਫਿਰ ਇਹਨਾਂ ਦੇ ਉੱਪਰ ਪ੍ਰੈਸ਼ਰ ਅਪਲਾਈ ਕਰਨਾ ਸਟਾਰਟ ਕੀਤਾ। ਮੈਂ ਹੁਣ ਟੈਂਪਰੇਚਰ ਕਰਤਾ ਉਸ ਬੀਕਰ ਦਾ ਹੀਟ ਕਰਕੇ T3, ਜਿੱਥੇ T3 T2 ਤੋਂ ਵੀ ਜ਼ਿਆਦਾ। ਸੋ एक T2 ਤੇ एक T3 ਤੇ Z ਵਰਸਸ P, ਤਾਂ ਹੁਣ ਮੇਰਾ ਗ੍ਰਾਫ ਜਿਹੜਾ ਸੀਗਾ ਉਹ ਆਇਆ ਬੱਚੇ ਕੁਝ ਐਦਾਂ। ਸੋ ਮੈਂ ਦੇਖਿਆ ਕਿ ਕਰਵ ਮੇਰਾ ਹੋਰ ਵੀ ਘਟ ਗਿਆ, ਠੀਕ ਹੈ। ਇਸੇ ਉਮੀਦ ਚ ਕਿ ਕੀਮਤ ਬਿਲਕੁਲ ਹੀ ਖਤਮ ਹੋ ਜਾਏ, ਫਿਰ ਮੈਂ ਇੱਕ ਹੋਰ ਸੇਮ ਸਾਈਜ਼ ਦਾ ਬੀਕਰ ਲਿਆ, ਉਹਦੇ ਵਿੱਚ ਵੀ ਮੈਂ ਉਨੀ ਗੈਸ ਲੈਤੀ, ਤੇ ਜਿਵੇਂ ਜਿਵੇਂ ਮੈਂ ਪ੍ਰੈਸ਼ਰ ਉਸ ਤੇ ਲਗਾ ਰਿਹਾ ਸੀ ਉਵੇਂ ਉਵੇਂ ਮੈਂ ਉਸ ਤੇ ਪ੍ਰੈਸ਼ਰ ਲਗਾਇਆ। ਟੈਂਪਰੇਚਰ ਮੈਂ T4 ਕਰਤਾ, ਜਿਹੜਾ ਕਿ T3 ਤੋਂ ਵੀ ਜ਼ਿਆਦਾ ਹੈ। ਸੋ मैं Z वर्सेस P ग्राफ कीता, ते हुण आपां नूं क्लीयरली दिख रहा है कि इस पॉइंट तक बिहेवियर की हो गया जमा आइडियल, जिवें आपां उम्मीद कर रहे सीगे। ये क्यों होया बच्चे? तुसीं कहोगे सर फिर इत्थों तक ही क्यों होया, उस तो बाद क्यों नहीं होया? सो अपनियां कंडीशंस की है दो, लो प्रेशर हाई टेंपरेचर। सो प्रेशर घट है, ठीक है, टेंपरेचर में बढ़ाता जा रहे हैं। एक कंडीशन इहो जी आ गई जदों इन्ना टेंपरेचर हाई हो चुका, देखो प्रेशर तो लो है ही है, आप ही लगा रहे हैं, इत्थों तक आप एक तरह का मान के चलो भी लो प्रेशर है। टेंपरेचर आप हाई करते गए करते गए करते गए, एक टेंपरेचर जरूर आया जदों गैसेस दी फोर्सेस ऑफ अट्रैक्शन की हो गई खत्म। वो किवें बिहेव करना शुरू करता उन्हें एक आइडियल गैस की तरह, ठीक है। सो आप कहांगे आह एक पर्टिकुलर टेंपरेचर वैल्यू, कोई ना कोई तो होगी ना, ये कोई ना कोई टेंपरेचर, दिस पर्टिकुलर टेंपरेचर वैल्यू जिथे गैस जाके आइडियल गैस की तरह बिहेव करन लग गई। बच्चे इस वेरी इंपॉर्टेंट पॉइंट ध्यान च रखना है, दिस टेंपरेचर वैल्यू इज नोन एज बॉयल पॉइंट। वेरी इंपॉर्टेंट डेफिनेशन, दिस इज कॉल्ड बॉयल पॉइंट, ठीक है। इन्हें तुसीं दो तरीके नाल मतलब डिफाइन कर सकते हो। जो तुहानूं एग्जाम च क्वेश्चन आंदा व्हाट डू यू मीन बाय बॉयल पॉइंट, तां तुसीं ये भी लिख सकते हो द टेंपरेचर वैल्यू एट विच द गैस स्टार्ट्स बिहेविंग एज एन आइडियल गैस फॉर ए पर्टिकुलर रेंज ऑफ प्रेशर। ये मेंशन करना भी जरूरी है क्योंकि सारी रेंज ते नहीं ना। फॉर ए पर्टिकुलर रेंज ऑफ प्रेशर इज नोन एज बॉयल पॉइंट। या तुसीं लिख सकते हो कि जदों आपां Z का ग्राफ प्लॉट करते हैं वर्सेस P, एक पर्टिकुलर टेंपरेचर पे जाके द कर्व जिहड़ा हैगा, ठीक है, द नेगेटिव स्लोप है, जिहड़ी नेगेटिव कर्व है जिहड़ा वो ऑलमोस्ट डिमिनिश हो जाता है, ठीक है ना, खत्म हो जाता है फॉर अ पर्टिकुलर रेंज ऑफ प्रेशर। सो आप की लिखांगे व्हेन Z कंप्रेसिबिलिटी फैक्टर इज प्लॉटेड अगेंस्ट P एट डिफरेंट टेंपरेचर्स एट अ पर्टिकुलर टेंपरेचर वैल्यू, ठीक है, the negative curve diminishes for a particular range of pressure. That temperature is known as boil point. So the notes ਦੇ ਵਿੱਚ definition भी ਦਿੱਤੀ ਹੋਈ ਹੈ, ਜਿੱਦਾਂ ਮੈਂ ਬੋਲੀ ਐਦਾਂ ਵੀ ਲਿਖ ਸਕਦੇ ਹੋ, ਠੀਕ ਹੈ। So again I repeat, when Z is plotted against temperature at a particular temperature value, the negative curve almost diminishes for a particular range of pressure, for a particular range of pressure. That temperature value is known as boil point, या a particular temperature at which the gas starts behaving as an ideal gas for a particular range of pressure is known as boil point. Clear बच्चे? Done के नहीं? So
this is all about deviations ਦੇ reasons, ਉਹਨਾਂ ਨੂੰ ਆਪਾਂ ਨੇ ਦੂਰ ਕਿਵੇਂ ਕੀਤਾ, ਪ੍ਰੈਸ਼ਰ ਲੋ ਕਰਕੇ ਤੇ ਟੈਂਪਰੇਚਰ ਹਾਈ ਕਰਕੇ, ਤੇ ਆਪਾਂ ਨੇ ਉਸ ਨੂੰ ਗ੍ਰਾਫਿਕਲੀ ਪ੍ਰੂਵ ਵੀ ਕਰਤਾ ਕਿ ਲੋ ਪ੍ਰੈਸ਼ਰ ਐਂਡ ਹਾਈ ਟੈਂਪਰੇਚਰ ਤੇ ਉਹ ਬਿਲਕੁਲ ਕਿਵੇਂ ਬਿਹੇਵ ਕਰਨ ਲੱਗ ਗਿਆ, ਇੱਕ ਆਈਡੀਅਲ ਗੈਸ ਦੀ ਤਰ੍ਹਾਂ ਬੱਚੇ। ਠੀਕ ਹੈ, ਸੋ ਬੱਚੇ this is enough for today। ਠੀਕ ਹੈ, ਅੱਜ ਆਪਾਂ ਨੇ ਥਿਓਰੇਟੀਕਲ ਪੋਰਸ਼ਨ ਡੇਵੀਏਸ਼ਨਸ ਦਾ ਕਰ ਲਿਆ, ਕੱਲ ਆਪਾਂ ਇਸੇ ਚੀਜ਼ ਨੂੰ ਮੈਥਮੈਟਿਕਲੀ ਪ੍ਰੂਵ ਕਰਾਂਗੇ, ਹੈ ਨਾ, ਮਤਲਬ ਮੈਥਮੈਟਿਕਲੀ ਆਪਾਂ ਡੇਵੀਏਸ਼ਨਸ ਕਰਾਂਗੇ ਐਂਡ ਮੈਥਮੈਟਿਕਲੀ ਹੀ ਆਪਾਂ ਕਰਾਂਗੇ ਕਿ ਆਪਾਂ ਡੇਵੀਏਸ਼ਨਸ ਨੂੰ ਰਿਮੂਵ ਕਿੱਦਾਂ ਕੀਤਾ ਹੈ। ਠੀਕ ਹੈ ਨਾ, ਸੋ ਉਹ ਸਾਰਾ ਜਿਹੜਾ ਆਪਣਾ ਮੈਥਮੈਟਿਕਲ ਪੋਰਸ਼ਨ ਹੈ, ਡੈਰੀਵੇਸ਼ਨਸ ਦਾ ਪੋਰਸ਼ਨ ਹੈ, ਉਹ ਆਪਾਂ ਕੱਲ ਖਤਮ ਕਰ ਦਾਂਗੇ। ਠੀਕ ਹੈ, ਐਂਡ ਕੱਲ ਦੇ ਲੈਕਚਰ ਤੋਂ ਬਾਅਦ ਆਪਣੇ ਕੋਲ ਸਿਰਫ ਔਰ ਸਿਰਫ ਕੀ ਬਚ ਜਾਏਗਾ, ਲਿਕੁਇਡ ਸਟੇਟ ਦਾ ਇੱਕ ਲੈਕਚਰ। ਠੀਕ ਹੈ ਨਾ, ਨਾਓ ਵਾਂਸ ਅਗੇਨ ਆਈ ਰਿਪੀਟ ਕਿ ਅੱਜ ਆਪਾਂ ਨੇ ਕੀ ਕੀਤਾ, ਦੇਖੋ। ਸੋ ਆਪਾਂ ਕਹਿੰਦੇ ਆ ਬੱਚੇ ਕਿ ਇੱਕ ਆਈਡੀਅਲ ਗੈਸ ਕੀ ਹੈ, ਇੱਕ ਆਈਡੀਅਲ ਗੈਸ ਇਜ਼ which behaves according to all the gas laws at all conditions of temperature and pressure, ਜਾਂ ਫਿਰ it behaves according to PV is equal to nRT। ਠੀਕ ਹੈ, ਬਟ ਆਪਾਂ ਨੇ ਨਾਲ ਕਿਹਾ ਵੀ ਕੋਈ ਵੀ ਗੈਸ ਆਈਡੀਅਲ ਨਹੀਂ ਹੁੰਦੀ, all gases are real, they show deviations from ideal behavior। ਆਪਾਂ ਨੇ ਜਦੋਂ ਗ੍ਰਾਫ ਪਲਾਟ ਕੀਤਾ ਬਿਟਵੀਨ z ਕੀ ਹੈ PV by nRT ਜਾਂ PV versus P, ਤਾਂ ਆਪਾਂ ਉਮੀਦ ਕਰ ਰਹੇ ਸੀ ਕਿ ਉਹ ਇੱਕ ਸਟ੍ਰੇਟ ਲਾਈਨ ਹੋਊਗਾ, ਕਾਂਸਟੈਂਟ ਰਹੂਗਾ, ਬਟ ਕੋਈ ਵੀ ਗੈਸ ਲਈ ਉਹ ਇਦਾਂ ਆਇਆ, ਹਾਈਡਰੋਜਨ ਹੀਲੀਅਮ ਲਈ ਹਮੇਸ਼ਾ ਉੱਪਰ ਨੂੰ। ਠੀਕ ਹੈ, ਸੋ ਇੱਕ ਪਾਰਟਿਕੂਲਰ ਰੇਂਜ ਲਈ ਪਹਿਲਾਂ ਉਹਨੇ 네ਗੇਟਿਵ ਡੇਵੀਏਸ਼ਨ ਸ਼ੋ ਕੀਤੀ, ਫਿਰ ਪੋਜ਼ਿਟਿਵ ਡੇਵੀਏਸ਼ਨ। ਇਹਦੇ ਲਈ ਗੈਸ ਕੀ ਹੈ, ਜ਼ਿਆਦਾ ਕੰਪਰੈਸਿਬਲ ਤੇ z ਇਜ਼ ਲੈਸ ਦੈਨ 1, ਤੇ ਜਿਹੜੀ ਵੋਲਿਊਮ ਹੈ ਉਹ ਆਪਣੀ ਉਮੀਦ ਤੋਂ ਘੱਟ ਹੈ। ਇਸ ਤੋਂ ਬਾਅਦ the z becomes greater than 1, the gas becomes less compressible, यानी कि वॉल्यूम अपनी उम्मीद तो की आ रही है ज्यादा। ਇਹਦੇ ਆਪਾਂ ਨੇ ਦੋ ਰੋਂਗ ਐਜ਼ੰਪਸ਼ਨਸ, ਇਹਦੇ ਰੀਜ਼ਨਸ ਦੇ ਵਿੱਚ ਆਪਾਂ ਨੇ ਦੋ ਰੋਂਗ ਐਜ਼ੰਪਸ਼ਨਸ ਕੀਤੀਆਂ ਕਾਈਨੈਟਿਕ ਮੋਲੀਕੂਲਰ ਥਿਊਰੀ ਦੀਆਂ, ਵੀ ਇਹਦੇ ਕਾਰਨ ਕੀ ਹੈ। ਇੱਕ ਤਾਂ ਕਾਈਨੈਟਿਕ ਮੋਲੀਕੂਲਰ ਥਿਊਰੀ ਨੇ ਰੋਂਗਲੀ ਅਸਿਊਮ ਕੀਤਾ ਕਿ देयर आर नो फोर्सेस ऑफ अट्रैक्शन बिटवीन द गैस मॉलिक्यूल्स, ਤੇ ਦੂਸਰਾ ਉਸਨੇ ਰੋਂਗਲੀ ਅਸਿਊਮ ਕੀਤਾ ਕਿ ਜਿਹੜੀ ਐਕਚੁਅਲ ਵੋਲਿਊਮ ਆਫ ਗੈਸ ਮੋਲੀਕਿਊਲਸ ਹੈ, ਇਟ ਇਜ਼ ਨੈਗਲੀਜੀਬਲ as compared to the total volume of the gas। याद होगा ना, this was point number 2, this was point number 5। ठीक है ना, सो ये दो wrong assumptions है बच्चे, क्योंकि ਆਪਾਂ ਨੂੰ पता है कि they are not correct at all the conditions of temperature and pressure, क्योंकि ideal behavior की है कि which is correct according to all conditions of temperature and pressure, जबकि ये all conditions ਦੇ ਉੱਤੇ applicable नहीं है। ਆਪਾਂ ਨੂੰ ਪਤਾ ਜਿਹੜਾ ਆਵਲਾ ਪੁਆਇੰਟ ਹੈ ਕਿ ਐਕਚੁਅਲ ਵੋਲਿਊਮ ਇਟ ਇਜ਼ ਐਪਲੀਕੇਬਲ ਓਨਲੀ ਐਟ ਲੋ ਪ੍ਰੈਸ਼ਰ, ਕਿਉਂਕਿ ਜਦੋਂ ਲੋ ਪ੍ਰੈਸ਼ਰ ਹੋਊਗਾ ਗੈਸ ਬਹੁਤ ਬੁਰੀ ਤਰ੍ਹਾਂ ਫੈਲ ਜੂਗੀ। ਠੀਕ ਹੈ, ਤੇ ਜਦੋਂ ਗੈਸ ਬੱਚੇ ਐਕਸਪੈਂਡ ਕਰ ਜੂਗੀ ਤਾਂ ਉਹਦੀ ਜਿਹੜੀ ਐਕਚੁਅਲ ਵੋਲਿਊਮ ਹੈ ਉਹ ਕੰਟੇਨਰ ਦੀ ਵੋਲਿਊਮ ਦੇ ਮੁਕਾਬਲੇ ਕੀ ਹੋ ਜੂਗੀ, ਨੈਗਲੀਜੀਬਲ। ਜਿਹੜਾ ਆਹ ਵਾਲਾ ਪੁਆਇੰਟ ਹੈ ਇਟ ਇਜ਼ ਐਪਲੀਕੇਬਲ ਓਨਲੀ ਐਟ ਹਾਈ ਟੈਂਪਰੇਚਰ। ਕਿਉਂ, ਕਿਉਂਕਿ ਜਦੋਂ ਟੈਂਪਰੇਚਰ ਬਹੁਤ ਜ਼ਿਆਦਾ ਹਾਈ ਹੋਊਗਾ ਤੇ ਗੈਸ ਮੋਲੀਕਿਊਲਸ ਦੇ ਵਿਚਕਾਰ ਜਿਹੜੀਆਂ ਅਟਰੈਕਟਿਵ ਫੋਰਸਸ ਸੀ ਉਹ ਬ੍ਰੇਕ ਡਾਊਨ ਹੋ ਜਾਣਗੀਆਂ। ਜਦੋਂ ਉਹ ਬ੍ਰੇਕ ਡਾਊਨ ਹੋ ਗਈਆਂ ਬੱਚੇ, ਠੀਕ ਹੈ, ਤਾਂ ਮੀਨਸ ਆਪਣਾ ਪੁਆਇੰਟ ਕਰੈਕਟ ਹੋ ਗਿਆ ਕਿ देयर आर नो फोर्सेस ऑफ अट्रैक्शन। ठीक है, सो नाउ यानी कि अगर मैं कंडीशंस देवां लो प्रेशर एंड हाई टेंपरेचर, तो मेरी ये ਜਿਹੜੀਆਂ रॉन्ग असम्पशंस है वो भी की हो गई बच्चे करेक्ट। गेटिंग अ पॉइंट, लो प्रेशर एंड हाई टेंपरेचर पे मेरी फॉल्टी assumptions भी करेक्ट प्रूव हो गया। ठीक है, सो एक रियल गैस या कोई भी गैस कैन बिहेव एज एन आइडियल गैस फॉर लो प्रेशर एंड हाई टेंपरेचर, एंड दिस पर्टिकुलर वैल्यू ऑफ टेंपरेचर जिथे कि गैस starts behaving as an ideal gas for a particular range of pressure, for an appreciable range of pressure, is known as boil point। बच्चे boil point ਨੂੰ boyle's law ਦੇ ਨਾਲ confuse ਨਾ ਕਰਿਓ। boyle's law ਇੱਕ ਅਲੱਗ ਚੀਜ਼ ਹੈ, boil point ਇੱਕ ਅਲੱਗ ਚੀਜ਼ ਹੈ। ਡਨ, ਸੋ ਇੱਥੋਂ ਤੱਕ ਬੱਚੇ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ। ਠੀਕ ਹੈ ਨਾ, ਕੱਲ as I told you ਕਿ ਆਪਾਂ ਇੰਨੇ ਹੀ ਡੇਵੀਏਸ਼ਨਸ ਦੀ ਕਰੈਕਸ਼ਨ ਨੂੰ ਕਰਾਂਗੇ ਮੈਥਮੈਟਿਕਲੀ। ਠੀਕ ਹੈ ਨਾ, ਕਿ ਹਾਊ ਡੂ ਵੀ ਕਰੈਕਟ them। ਇਹੋ ਜਿਹਾ ਕੀ ਹੋ ਜਾਂਦਾ ਹੈ ਲੋ ਪ੍ਰੈਸ਼ਰ ਐਂਡ ਹਾਈ ਟੈਂਪਰੇਚਰ ਤੇ। ਥਿਊਰੀ ਤਾਂ ਮੈਂ ਤੁਹਾਨੂੰ ਐਕਸਪਲੇਨ ਕਰਤੀ ਕਿ ਲੋ ਪ੍ਰੈਸ਼ਰ ਤੇ ਵੋਲਿਊਮ ਵਾਲਾ ਪੁਆਇੰਟ ਕਰੈਕਟ ਹੋ ਜਾਂਦਾ ਹੈ, हाई टेंपरेचर पे फोर्सेस वाला।
ठीक है ਤੇ ਕੱਲ ਆਪਾਂ ਇਹੀ ਚੀਜ਼ ਕਰਾਂਗੇ ਮੈਥਮੈਟਿਕਲੀ ਵਿੱਚ ਠੀਕ ਹੈ ਸੋ ਕੀਪ ਸਟੱਡਿੰਗ ਕੀਪ ਰਿਵਾਈਜ਼ਿੰਗ ਐਂਡ ਟੇਕ ਅ ਵੈਰੀ ਗੁੱਡ ਕੇਅਰ ਆਫ ਯਰ ਹੈਲਥ ਥੈਂਕਸ ਅ ਲੋਟ ਬੱਚੇ